ਕਿ ਭਗਤੀ ਮੂਵਮੈਂਟ ਦੀਆਂ ਵਿਸ਼ੇਸ਼ਤਾਵਾਂ ਕੀ ਨੇ। ਜਿਵੇਂ ਪਹਿਲੀ ਗੱਲ ਅਸੀਂ ਕਵਾਂਗੇ ਨਿਸ਼ਚਾਤਮਕ, ਕਿ ਡਿਸਾਈਡਡ ਹੈ। ਜਿਵੇਂ ਅਸੀਂ ਕਹਿੰਦੇ ਨੇ ਨਾ ਵੀ ਸਾਡੀ ਤਾਂ ਇਹ ਲਿਖਿਆ ਹੀ ਹੋਇਆ ਹੈ, ਯਾਨੀ ਈਸ਼ਵਰ ਦੇ ਉੱਤੇ ਵਿਸ਼ਵਾਸ ਰੱਖਦੇ ਹੋਏ ਕਿ ਇਹ ਡਿਸਾਈਡਡ ਹੈ ਔਰ ਈਸ਼ਵਰ ਹੀ ਸਭ ਕੁਝ ਕਰੇਗਾ, ਜਿਹਦੇ ਉੱਤੇ ਕਿੰਤੂ ਪਰੰਤੂ ਨਹੀਂ ਹੋ ਸਕਦਾ। ਔਰ ਦੂਸਰਾ ਹੈ ਨਿਖੇਧਾਤਮਕ, ਕਿ ਇਹਨਾਂ ਚੀਜ਼ਾਂ ਨੂੰ ਅਸੀਂ ਨਿਖੇਧੀ ਕਰਨੀ ਹੈ, ਯਾਨੀ ਮੰਨਣਾ ਨਹੀਂ। ਠੀਕ ਹੈ। ਹੁਣ ਪਹਿਲਾਂ ਅਸੀਂ ਦੇਖਣਾ ਬੇਟਾ ਨਿਸ਼ਚयात्मक, ਬੜੇ ਸਿੰਪਲ ਨੇ ਕਨਸੈਪਟ, ਅਸੀਂ ਬਾਰ-ਬਾਰ ਪੜ੍ਹਿਆ, ਇਸ ਕਰਕੇ ਮੈਂ ਡਿਟੇਲ 'ਚ ਨਹੀਂ ਜਾਣਾ। ਉਹ ਹੈ ਈਸ਼ਵਰ ਦੀ ਏਕਤਾ, ਕਿ ਗੋਡ ਇਜ਼ ਵਨ। ਤੁਸੀਂ ਉਹਨੂੰ ਅੱਲਾ ਕਹੋ, ਰਾਮ ਕਹੋ, ਰਹੀਮ ਕਹੋ, ਵਿਸ਼ਨੂੰ ਕਹੋ, ਜੋ ਮਰਜ਼ੀ ਨਾਮ ਦੇ ਦਿਓ, ਲੇਕਿਨ ਉਹ ਇੱਕ ਹੀ ਹੈ। ਤੇ ਫਿਰ ਅਸੀਂ ਨਾਮ ਵੱਖਰੇ ਕਿਉਂ ਲੈਂਦੇ ਹਾਂ? ਉਹ ਕਹਿੰਦੇ ਇਹ ਉਹਦੀਆਂ ਡਿਫਰੈਂਟ ਮੈਨੀਫੈਸਟੇਸ਼ਨਸ ਹੋ ਸਕਦੀਆਂ ਨੇ। ਜਿਵੇਂ ਇੱਕ ਐਗਜ਼ਾਮਪਲ ਦੇ ਤੌਰ ਦੇ ਉੱਤੇ ਰਾਮ ਕ੍ਰਿਸ਼ਨ ਪਰਮਹੰਸ ਇੱਕ ਗੱਲ ਨੂੰ ਸਮਝਾਉਂਦੇ ਆ, ਵੀ ਇਹਨੂੰ ਐਗਜ਼ਾਮਪਲ ਮੈਂ ਤਾਂ ਦੇ ਰਿਹਾ ਕਿ ਗੱਲ ਸਮਝ ਆ ਜਾਏ। ਉਹ ਕਹਿੰਦੇ ਵੀ ਸਮੁੰਦਰ ਦੇਖਿਆ, ਤੁਸੀਂ ਵੀ ਬੇਟਾ ਦੇਖਿਆ ਹੋਣਾ, ਜੇ ਓਰੀਜਨਲ ਨਹੀਂ ਦੇਖਿਆ ਤਾਂ ਫਿਲਮਾਂ ਦੇ ਵਿੱਚ, ਟੀਵੀ 'ਚ ਕਿਤੇ ਨਾ ਕਿਤੇ ਦੇਖਿਆ ਹੋਣਾ। ਤੇ ਸਮੁੰਦਰ ਦੇ ਵਿੱਚ ਬੇਟਾ ਆਪਾਂ ਦੇਖਦੇ ਹਾਂ ਕਿ ਜਦੋਂ ਸਮੁੰਦਰ ਨੂੰ ਸੀਨ ਸਾਹਮਣੇ ਆਉਂਦਾ ਤੇ ਲਹਿਰਾਂ ਆਉਂਦੀਆਂ। ਲਹਿਰਾਂ ਤਾਂ ਦੇਖੀਆਂ। ਲਹਿਰਾਂ ਕਿਸ ਚੀਜ਼ ਦੀਆਂ ਬਣੀਆਂ ਹੋਈਆਂ? ਮੈਨੂੰ ਜਵਾਬ ਦਿਓ, ਮਾਈਕ ਔਨ ਕਰਕੇ ਜ਼ੋਰ ਦੀ ਬੋਲੋ। ਲਹਿਰ ਕਿਸ ਚੀਜ਼ ਦੀ ਬਣੀ ਹੋਈ ਹੈ? ਪਾਣੀ ਦੀ। ਅਸੀਂ ਕਈ ਵਾਰੀ ਸਮੁੰਦਰ ਦੇ ਵਿੱਚ ਬੁਲਬੁਲੇ ਦੇਖਦੇ ਹਾਂ, ਤੇ ਬੁਲਬੁਲੇ ਕਿਸ ਚੀਜ਼ ਦੇ ਬਣੇ ਹੋਏ ਹੈ? ਪਾਣੀ ਦੇ। ਤੇ ਪਾਣੀ ਦੇ ਬੁਲਬੁਲੇ, ਲਹਿਰਾਂ ਕੀ ਸਮੁੰਦਰ ਦੇ ਪਾਣੀ ਤੋਂ ਵੱਖਰੀਆਂ ਨੇ ਕਿ ਸਮੁੰਦਰੀ ਨੇ? ਤਾਂ ਸਮੁੰਦਰ ਇੱਕ ਈਸ਼ਵਰ ਹੈ। ਕਦੇ ਉਹਦਾ ਸਵਰੂਪ ਲਹਿਰ ਬਣਦਾ ਹੈ, ਕਦੇ ਉਹ ਉਛਾਲਦਾ ਹੈ, ਕਦੇ ਉਹ ਛਿੱਟੇ ਬਣਦਾ ਹੈ, ਕਦੇ ਉਹ ਬੁਲਬੁਲੇ ਬਣਦਾ ਹੈ, ਲੇਕਿਨ ਈਸ਼ਵਰ ਸਮੁੰਦਰ ਦਾ ਉਹ ਵਿਸ਼ਾਲ ਪਾਣੀ ਹੀ ਹੈ। ਇਸ ਕਰਕੇ ਤੁਸੀਂ ਉਹਨੂੰ ਲਹਿਰ ਦੇ ਰੂਪ 'ਚ ਚਾਹੇ ਕਿਸੇ ਨਾਮ 'ਚ ਪੁਕਾਰ ਲਓ, ਬੁਲਬੁਲੇ ਦੇ ਨਾਂ ਨਾਲ ਪੁਕਾਰ ਲਓ, ਛਿੱਟਿਆਂ ਦੇ ਨਾਂ ਨਾਲ ਪੁਕਾਰ ਲਓ, ਲੇਕਿਨ ਉਹ ਸਵਰੂਪ ਇੱਕ ਹੀ ਹੈ। ਇਸ ਕਨਸੈਪਟ ਦੇ ਉੱਤੇ ਭਗਤੀ ਮੂਵਮੈਂਟ ਚੱਲਦੀ ਹੈ। ਦੂਸਰਾ ਹੈ ਰੱਬ ਦੀ ਭਗਤੀ, ਕਿ ਇੱਕੋ ਇੱਕ ਉਹੀ ਸੱਚਾ ਹੈ। ਜਿਵੇਂ ਗੁਰਬਾਣੀ ਦਾ ਪਹਿਲਾ ਮੰਤਰ ਹੈ, ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸਿਰਫ ਤੇ ਸਿਰਫ ਉਹੀ ਸੱਚ ਹੈ, ਬਾਕੀ ਸਾਰੀ ਦੁਨੀਆ ਮਾਇਆਵੀ ਹੈ। ਜਿਵੇਂ ਮੈਂ ਜਿਹੜੀ ਤੁਹਾਨੂੰ ਪਹਿਲਾਂ ਐਗਜ਼ਾਮਪਲ ਦੱਸੀ ਹੈ, ਉਸੇ ਨੂੰ ਹੀ ਦੁਬਾਰਾ ਸਮਝ ਲਓ ਕਿ ਪਾਣੀ ਦਾ ਜਿਹੜਾ ਬੁਲਬੁਲਾ ਹੈ, ਉਹਦੀ ਲਾਈਫ ਕਿੰਨੀ ਹੁੰਦੀ ਹੈ? 5 ਸੈਕਿੰਡ, 10 ਸੈਕਿੰਡ, 15 ਸੈਕਿੰਡ, ਖਤਮ ਹੋ ਜਾਂਦੀ ਹੈ। ਐਦਾਂ ਜਿਹੜੀ ਲਹਿਰ ਹੈ, ਉਹਦੀ ਲਾਈਫ ਕਿੰਨੀ ਹੁੰਦੀ ਹੈ? ਇੱਕ ਲਹਿਰ ਦੀ ਲਾਈਫ 5-10 ਸੈਕਿੰਡ ਹੁੰਦੀ ਹੈ, ਉਹ ਖਤਮ ਹੁੰਦੀ ਹੈ, ਦੂਜੀ ਲਹਿਰ ਆ ਜਾਂਦੀ ਹੈ। ਤੇ ਉਹ ਕਹਿੰਦੇ ਜਿਹੜੀਆਂ ਲਹਿਰਾਂ ਨੇ, ਜਿਹੜੇ ਬੁਲਬੁਲੇ ਨੇ, ਇਹ ਦੁਨੀਆ ਹੈ। ਇਹ ਆਉਂਦੀ ਹੈ, ਜਾਂਦੀ ਹੈ, ਆਈ ਜਾਂਦੇ ਆ ਲੋਕ, ਜਾਈ ਜਾਂਦੇ ਆ, ਜਾਨਵਰ, ਪਸ਼ੂ, ਪੇੜ ਪੌਦੇ, ਜੋ ਕੀੜੇ ਮਕੌੜੇ, ਈਵਨ ਬੰਦੇ ਅਸੀਂ ਦੇਖਦੇ ਹਾਂ। ਬਟ ਲੇਕਿਨ ਸਮੁੰਦਰ ਦਾ ਪਾਣੀ ਹਮੇਸ਼ਾ ਰਹਿੰਦਾ ਹੈ। ਆਦਿ ਪਹਿਲਾਂ ਵੀ ਸੀ, ਆਦਿ ਸੱਚ ਜੁਗਾਦ ਸੱਚ, ਹੁਣ ਵੀ ਜੁਗਾਂ 'ਚ ਵੀ ਹੈ, ਨਾਨਕ ਹੋਸੀ ਵੀ ਸੱਚ, ਔਰ ਇਹੀ ਰਹੇਗਾ। ਇਸ ਕਰਕੇ ਜਿਹੜੀ ਚੀਜ਼ ਪਰਮਾਨੈਂਟ ਹੈ ਉਹਦੀ ਭਗਤੀ ਕਰੋ, ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਉਸ ਨੂੰ ਰਿਅਲਾਈਜ਼ ਕਰਨ ਦੀ ਕੋਸ਼ਿਸ਼ ਕਰੋ। ਔਰ ਉਹ ਕਹਿੰਦੇ ਇਹਦੇ ਲਈ ਜਿਹੜੇ ਭਗਤੀ ਮੂਵਮੈਂਟ 'ਚ ਇੱਕ ਵਿਸ਼ੇਸ਼ਤਾ ਹੈਗੀ ਅਲੱਗ ਤੌਰ ਦੇ ਉੱਤੇ, ਉਹ ਸਾਨੂੰ ਕਈ ਫਿਲੋਸਫੀ 'ਚ ਨਜ਼ਰ ਨਹੀਂ ਆਉਂਦੀ, ਉਹ ਹੈ ਕਿ ਗੁਰੂ ਦੀ ਮਹੱਤਤਾ। ਔਰ ਇਸ ਹਨੇਰੇ ਤੋਂ ਤੁਹਾਨੂੰ ਦੂਰ ਕੌਣ ਕਰੇਗਾ? ਗੁਰੂ ਕਰੇਗਾ। ਗੁਰੂ ਦਾ ਮਤਲਬ ਹੈ ਗੂ ਤੇ ਰੂਹ, ਜਿਹੜਾ ਤੁਹਾਨੂੰ ਹਨੇਰੇ ਤੋਂ ਦੂਰ ਲੈ ਜਾਏ ਔਰ ਤੁਹਾਡੀ ਰੂਹ ਨੂੰ ਚਾਨਣ ਕਰ ਦੇਵੇ, ਉਹਨੂੰ ਗੁਰੂ ਕਹਿੰਦੇ। ਔਰ ਇਹਦੇ ਲਈ ਕੀ ਚਾਹੀਦਾ ਹੈ? ਆਤਮ ਤਿਆਗ ਦੀ ਭਾਵਨਾ। ਆਤਮ ਤਿਆਗ ਦਾ ਮਤਲਬ ਆਪਣੇ ਆਪ ਨੂੰ ਕੁਰਬਾਨ ਕਰਨਾ। ਆਪਣੇ ਆਪ ਨੂੰ ਕੁਰਬਾਨ ਦਾ ਮਤਲਬ ਹੈ ਮਰਨਾ ਨਹੀਂ, ਆਪਣੇ ਆਪ ਨੂੰ ਕੁਰਬਾਨ ਦਾ ਮਤਲਬ ਹੈ ਆਪਣੀ ਮੈਂ ਨੂੰ ਮਾਰਨਾ, ਆਪਣੇ ਹੰਕਾਰ ਨੂੰ ਮਾਰਨਾ। क्योंकि जब तक कहते ना, जब तक मैं है तब तक तू नहीं, जब मैं हूँ तब तू नहीं, जब तू तो मैं नहीं। भी जदों मैं मान लिया कि सारा कुछ ईश्वर है तो फिर मैं आपे ही खत्म हो जाती है। और ये चाहिए की है, ये किद्दां भावना डिवेलप होंदी है? कहता भी कर्म के उत्ते जोर दे, कर्म करो, लेकिन कर्म के नाल जुड़ना नहीं, जो गीता की फिलोसफी है। ना जुड़न का मतलब संबंध की है? वो जिवें एक पुराने उपनिषदां दे विच कहानी आती है,
ਉਹ ਕਹਾਣੀ ਕੀ ਹੈ, ਮੈਂ ਉਹਨੂੰ ਸ਼ੋਰਟ 'ਚ ਸੁਣਾ ਰਿਹਾ, ਡਿਟੇਲ 'ਚ ਨਹੀਂ ਸੁਣਾ ਰਿਹਾ। ਉਹ ਕਹਾਣੀ ਇਹ ਹੈਗੀ ਹੈ ਕਿ ਇੱਕ ਵਿਅਕਤੀ ਨੇ ਕਿਹਾ ਕਿ ਮੈਨੂੰ ਗਿਆਨ ਦੀ ਪ੍ਰਾਪਤੀ ਚਾਹੀਦੀ ਹੈ, ਮੈਂ ਚਾਨਣਾ ਚਾਹੁੰਦਾ। ਉਹ ਕਹਿੰਦੇ ਵੀ ਐਂ ਕਰੋ, ਫਲਾਨੀ ਥਾਂ 'ਤੇ ਚਲਾ ਜਾ, ਤੁਹਾਨੂੰ ਇੱਕ ਫਲਾਨੇ ਨਾਂ ਦਾ ਬੰਦਾ ਮਿਲੂਗਾ। ਮੈਂ ਨਾਮ ਜਾਣ ਬੁੱਝ ਕੇ ਅਵਾਇਡ ਕਰ ਰਿਹਾ ਤਾਂ ਕਿ ਅਸੀਂ ਉਹਨਾਂ ਫਿਲੋਸਫੀਜ਼ ਨੂੰ ਕਿਤੇ ਮਿਕਸ ਨਾ ਕਰ ਜਾਈਏ। ਤੇ ਉੱਥੇ ਜਾਂਦਾ ਹੈ, ਤੇ ਉੱਥੇ ਜਾ ਕੇ ਉਹ ਕੀ ਦੇਖਦਾ ਕਿ ਉਸ ਨਾਂ ਦਾ ਵਿਅਕਤੀ ਕੌਣ ਹੈ, ਕਹਿੰਦੇ ਕਸਾਈ ਹੈ। ਉਹ ਬੜਾ ਹੈਰਾਨ ਹੁੰਦਾ ਵੀ ਕਸਾਈ ਮੈਨੂੰ ਗਿਆਨ ਦਾ ਪ੍ਰਾਪਤੀ ਦੇਊਗਾ। ਉਹ ਕਸਾਈ ਕੋਲੇ ਚਲਾ ਜਾਂਦਾ, ਉਹਨੂੰ ਬਿਠਾਉਂਦਾ ਅਤੇ ਪਰ ਉਹ ਕਸਾਈ ਆਪਣਾ ਕੰਮ ਕਰੀ ਜਾਂਦਾ ਅਤੇ ਕੰਮ ਕਰਕੇ ਉਹਦੇ ਨਾਲ ਘਰ ਚਲਾ ਜਾਂਦਾ ਅਤੇ ਘਰ 'ਚ ਜਾ ਕੇ ਦੇਖਦਾ ਕਿ ਉਹ ਆਪਣਾ ਕੰਮ ਕਰੀ ਜਾਂਦਾ। ਉਹ ਜਾਣੀ ਕਹਿਣ ਦਾ ਮਤਲਬ ਕੀ ਹੈ ਕਿ ਤੁਸੀਂ ਜੋ ਕੰਮ ਕਰ ਰਹੇ ਹੋ, ਤੁਸੀਂ ਉਸ ਕੰਮ ਦੇ ਨਾਲ ਅਟੈਚਮੈਂਟ ਨਹੀਂ ਰੱਖਦੇ, ਮੋਹ ਨਹੀਂ ਰੱਖਦੇ। ਹਾਂ, ਤੁਹਾਡਾ ਕਿੱਤਾ ਹੈ, ਇੱਕ ਜੀਵਨ ਦਾ ਸਾਧਨ ਹੈ, ਤੁਸੀਂ ਉਸ ਨੂੰ ਅਪਣਾਉਂਦੇ ਹੋ, ਲੇਕਿਨ ਉਹਦੇ ਨਾਲ ਜੁੜਦੇ ਨਹੀਂ। ਜੋ ਗੁਰੂ ਨਾਨਕ ਨੇ ਕਿਹਾ ਨਾ, ਅਟੈਚਮੈਂਟ ਇਨ ਡਿਟੈਚਮੈਂਟ ਐਂਡ ਡਿਟੈਚਮੈਂਟ ਇਨ ਅਟੈਚਮੈਂਟ। ਗ੍ਰਸਥ ਜੀਵਨ 'ਚ ਰਹਿੰਦੇ ਹੋਏ ਵੀ ਈਸ਼ਵਰ ਦੀ ਭਗਤੀ 'ਚ ਸਿਮਰ ਲੈਣਾ, ਗ੍ਰਸਥ ਦੀ ਮੋਹ ਮਾਇਆ ਦੇ ਵਿੱਚ ਨਹੀਂ ਪੈਣਾ। ਪਰ ਇਹਦਾ ਮਤਲਬ ਇਹ ਨਹੀਂ ਕਿ ਗ੍ਰਸਥ ਜੀਵਨ ਦੇ ਆਪਣੇ ਕਰਤੱਵਿਆਂ ਨੂੰ, ਆਪਣੇ ਫਰਜ਼ਾਂ ਨੂੰ ਛੱਡ ਦਿਓਗੇ, ਆਪਣੀ ਰੋਜੀ ਰੋਟੀ ਕਮਾ ਕੇ ਆਪਣੇ ਬੱਚਿਆਂ ਨੂੰ ਪਾਲਣ ਦੇ ਫਰਜ਼ ਤੋਂ ਦੂਰ ਹੋ ਜਾਓਗੇ। ਉਹ ਨਹੀਂ ਹੋਣਾ। ਲੇਕਿਨ ਫਰਜ਼ ਨਿਭਾਉਂਦੇ ਇਹ ਨਹੀਂ ਵੀ ਪੈਸਾ ਇਕੱਠਾ ਕਰਨ ਲੱਗ ਜਾਓ, ਜ਼ਮੀਨਾਂ ਜਾਇਦਾਦਾਂ ਬਣਾਉਣ ਲੱਗ ਜਾਓ, ਔਰ ਕਹੋ ਵੀ ਭਾਈ ਮੈਂ ਹੀ ਸਭ ਕੁਝ ਹੈਗਾ ਅਤੇ ਮੈਂ ਅਗਲੇ 10 ਜਨਮਾਂ ਦੀ ਜਿਹੜੀ ਹੈ ਕਸਰ ਕੱਢ ਕੇ ਜਾਣਾ ਹੈ, ਔਰ ਚਾਹੇ ਅਗਲੇ ਕਸ਼ਣ ਦਾ ਪਤਾ ਨਹੀਂ। ਦਿਸ ਇਜ਼ ਦਾ ਸਿਧਾਂਤ। ਔਰ ਆਪਸੀ ਭਾਈਚਾਰੇ ਦੀ ਭਾਵਨਾ, ਕਿਸੇ ਦੇ ਨਾਲ ਦੁਰਵਿਵਹਾਰ ਨਹੀਂ ਰੱਖਣਾ, ਕਿਸੇ ਦੇ ਨਾਲ ਰੰਗ ਰੂਪ ਜਾਤ ਧਰਮ ਦੇ ਆਧਾਰ ਦੇ ਉੱਤੇ ਕੋਈ ਭੇਦਭਾਵ ਨਾ ਕਰਨਾ, ਧਾਰਮਿਕ ਸਹਿਣਸ਼ੀਲਤਾ ਅਪਣਾਉਣਾ। ਜਾਣੀ ਮੈਂ ਜਿਸ ਰਸਤੇ 'ਤੇ ਚੱਲ ਰਿਹਾ ਉਹ ਵੀ ਠੀਕ ਹੈ, ਜਿਸ ਰਸਤੇ 'ਤੇ ਤੂੰ ਚੱਲ ਰਿਹਾ ਭਰਾ ਉਹ ਵੀ ਠੀਕ ਹੈ, ਤਾਂ ਸਾਰੇ ਹੀ ਰਸਤੇ ਠੀਕ ਨੇ। ਜਿੱਦਾਂ ਵੱਖ-ਵੱਖ ਨਦੀਆਂ ਇੱਕ ਸਮੁੰਦਰ 'ਚ ਸ਼ਾਮਲ ਹੁੰਦੀਆਂ ਨੇ ਅਲੱਗ-ਅਲੱਗ ਰਸਤਿਆਂ ਤੋਂ ਹੁੰਦੇ ਹੋਏ, ਉੱਦਾਂ ਹੀ ਸਾਡੇ ਅਲੱਗ-ਅਲੱਗ ਰਸਤੇ ਇੱਕੋ ਹੀ ਈਸ਼ਵਰ ਤੱਕ ਪਹੁੰਚਣ ਦੇ ਅਲੱਗ-ਅਲੱਗ ਸਾਧਨ ਨੇ। ਇਹ ਹੈ ਬੇਟਾ ਨਿਸ਼ਚਿਆਤਮਕ ਫਿਕਸਡ ਅਸੂਲ ਜਿਹੜੇ ਇਸ ਭਗਤੀ ਮੂਵਮੈਂਟ ਦੇ ਨੇ। ਅਤੇ ਖੰਡਨ ਕਿਸ ਚੀਜ਼ ਦਾ? ਅਸੀਂ ਪਹਿਲਾਂ ਬੜੀ ਵਾਰੀ ਕਰ ਚੁੱਕੇ ਹਾਂ। ਜਾਤ ਪਾਤ ਦਾ ਖੰਡਨ, ਮੂਰਤੀ ਪੂਜਾ ਦਾ ਖੰਡਨ। ਮੂਰਤੀ ਪੂਜਾ ਦੇ ਵਿੱਚੋਂ ਸਾਰੀਆਂ ਚੀਜ਼ਾਂ ਬੇਟਾ ਆ ਜਾਣਗੀਆਂ, ਪੇੜਾਂ ਦੀ ਪੂਜਾ, ਸੱਪਾਂ ਦੀ ਪੂਜਾ, ਨਦੀਆਂ ਦੀ ਪੂਜਾ, ਜਾਨਵਰਾਂ ਦੀ ਪੂਜਾ, ਯੱਗ ਬਲੀ ਹਵਨ, ਜਾਂ ਜਿੰਨੇ ਵੀ ਕਿਸੇ ਵੀ ਧਰਮ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਰੀਤੀ ਰਿਵਾਜ ਕਹੇ ਜਾਂਦੇ ਨੇ ਵੀ ਮੰਨੋਗੇ ਤਾਂ ਗੱਲ ਅੱਗੇ ਤੁਰੂਗੀ, ਉਹਨਾਂ ਦਾ ਖੰਡਨ। ਇਹ ਸਿਰਫ ਹਿੰਦੂ ਧਰਮ ਦੇ ਸਮਾਜ ਦੀ ਗੱਲ ਨਹੀਂ, ਈਵਨ ਕਿਸੇ ਵੀ ਸਮਾਜ ਦੇ ਵਿੱਚ ਜਦੋਂ ਕੁਛ ਐਸੀ ਮਾਪਦੰਡ ਅਸੀਂ ਬਣਾ ਲੈਂਦੇ ਹਾਂ, ਉਹਨਾਂ ਚੀਜ਼ਾਂ ਦਾ ਖੰਡਨ ਇਸ ਦੇ ਵਿੱਚ ਕੀਤਾ ਗਿਆ। ਝੂਠੇ ਅਡੰਬਰ ਰੀਤੀ ਰਿਵਾਜਾਂ ਦਾ ਵਿਰੋਧ ਕੀਤਾ ਗਿਆ, ਜਿਵੇਂ 'ਚ ਯੱਗ ਬਲੀ ਵਗੈਰਾ ਵੀ ਆ ਜਾਂਦੇ ਆ। ਔਰ ਇਹ ਇੱਕ ਨਾਲ ਹੋਰ ਗੱਲ ਆਈ, ਕਿਉਂਕਿ ਉਸ ਵੇਲੇ ਦੀ ਆਮ ਬੋਲੀ, ਆਮ ਭਾਸ਼ਾ ਵੀ ਬਦਲ ਚੁੱਕੀ ਸੀ। ਇਸ ਕਰਕੇ ਇਹ ਵੀ ਹੋਇਆ ਕਿ ਜਿਹੜੀ ਸੰਸਕ੍ਰਿਤ ਭਾਸ਼ਾ ਹੈ ਉਹਨੂੰ ਅਸੀਂ ਭਾਸ਼ਾ ਹੀ ਮੰਨਦੇ ਹਾਂ, ਪਵਿੱਤਰ ਨਹੀਂ ਮੰਨਦੇ ਕਿ ਸਿਰਫ ਸੰਸਕ੍ਰਿਤ ਦੇ ਰਾਹੀਂ ਹੀ ਰੱਬੀ ਗਿਆਨ ਪ੍ਰਾਪਤ ਹੋ ਸਕਦਾ ਹੈ। ਉਹ ਕਿਸੇ ਵੀ ਭਾਸ਼ਾ ਦੇ ਰਾਹੀਂ ਹੋ ਸਕਦਾ ਹੈ। ਬੇਸਿਕ ਅਸੂਲ ਕੀ ਚਾਹੀਦਾ ਹੈ ਕਿ ਤੁਹਾਡਾ ਜਿਹੜਾ ਜੀਵਨ ਹੈ ਉਹ ਤੁਹਾਡਾ ਜੀਵਨ ਬੁਰਾਈਆਂ ਤੋਂ ਰਹਿਤ ਹੋਣਾ ਚਾਹੀਦਾ ਹੈ, ਝੂਠੇ ਅਡੰਬਰਾਂ ਤੇ ਪਖੰਡਾਂ ਤੋਂ ਰਹਿਤ ਹੋਣਾ ਚਾਹੀਦਾ ਹੈ। ਦਿਸ ਸ਼ੁੱਡ ਬੀ ਦਾ ਫਿਲੋਸਫੀ ਆਫ ਦਾ ਪਾਰਟ। ਠੀਕ ਹੈ ਬੇਟਾ। ਤੋ ਇਹਦੇ ਨਾਲ ਅਸੀਂ ਇਹਨੂੰ ਇਹਦੇ ਫੀਚਰਸ